ਸਾਡੇ ਕੋਲ ਇਸ ਵੇਲੇ ਹੈ ਆਈਫੋਨ 5, ਜਿਵੇਂ ਤੁਸੀਂ ਦੇਖ ਸਕਦੇ ਹੋ, ਅਤੇ ਆਈਫੋਨ 4। ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਪੰਜਾਬੀ ਕੀਬੋਰਡ ਤੇਜ਼ ਗਤੀ ਨਾਲ ਚੱਲਦਾ ਹੈ ਜੇਕਰ ਤੁਹਾਡੇ ਕੋਲ ਆਈਫੋਨ ਤੇਜ਼ ਗਤੀ ਵਾਲਾ ਹੈ ਜਾਂ ਆਈਪੈਡ ਹੈ। ਜੇਕਰ ਤੁਹਾਡੇ ਕੋਲ ਆਈਫੋਨ 4 ਹੈ ਉਸ ਉੱਤੇ ਐਪ ਚਲਾਉਣ ਸੰਬੰਧੀ ਕੁਝ ਸਮੱਸਿਆਵਾਂ ਆਉਂਦੀਆਂ ਹਨ। ਮਤਲਬ ਐਪ ਹੌਲੀ ਚੱਲਦਾ ਹੈ, ਜਿਵੇਂ ਕਿ ਹੌਲੀ ਖੁੱਲ੍ਹਦਾ ਹੈ, ਖੁੱਲ੍ਹਣ ਨੂੰ ਕੁਝ ਸਮਾਂ ਲੈਂਦਾ ਹੈ, ਅਤੇ ਬਟਨ ਝਲਕ ਵੀ ਬਹੁਤੀ ਤੇਜ਼ ਗਤੀ ਨਾਲ ਨਹੀਂ ਆਉਂਦੀ, ਝਟਪਟ ਦਿਖਾਈ ਨਹੀਂ ਦਿੰਦੀ, ਰੁਕ ਜਾਂਦੀ ਹੈ। ਜਿਵੇਂ ਕਿ ਉੱਪਰ ਤਾਂ ਲਿਖਿਆ ਜਾ ਰਿਹਾ ਹੈ ਪਰ ਬਟਨ ਝਲਕ ਇਸ ਦੇ ਨਾਲ ਕੰਮ ਨਹੀਂ ਕਰਦੀ। ਇਸ ਤੋਂ ਇਲਾਵਾ ਬਟਨ ਗਰੁੱਪ ਵੀ ਝਟਪਟ ਨਹੀਂ ਬਦਲਦਾ। ਅਸੀਂ ਦੱਬ ਚੁੱਕੇ ਹਾਂ ਅਤੇ ਹੁਣ ਬਦਲਦਾ ਹੈ। ਇਸ ਦੇ ਨਾਲ ਅੰਗਰੇਜ਼ੀ ਕੀਬੋਰਡ, ਸੋ ਬਟਨ ਗਰੁੱਪ ਬਦਲਣ ਲੱਗੇ ਵੀ ਇਹ ਕੁਝ ਸਮਾਂ ਲੈਂਦਾ ਹੈ। ਇਸੇ ਤਰ੍ਹਾਂ ਪ੍ਰੋ ਐਪ ਵਿੱਚ ਅੱਖਰ ਦੱਬਣ ਅਤੇ ਅੱਖਰ ਆਉਣ ਦਾ ਆਪਸੀ ਤਾਲਮੇਲ ਸਹੀ ਨਹੀਂ ਹੈ, ਕਿਉਂਕਿ ਆਈਫੋਨ ਹੌਲੀ ਹੈ, ਜਾਂ ਇੰਜ ਕਹਿ ਲਓ ਬਹੁਤਾ ਤੇਜ਼ ਨਹੀਂ ਹੈ। ਤੁਸੀਂ ਦੱਬ ਕੇ ਹਟ ਵੀ ਜਾਂਦੇ ਹੋ ਅਤੇ ਇਹ ਬਾਅਦ ਵਿੱਚ ਵੀ ਪੈਂਦਾ ਰਹਿੰਦਾ ਹੈ ਜਿੰਨੀ ਵਾਰੀ ਤੁਸੀਂ ਦੱਬਿਆ ਹੈ। ਸੋ ਇਸੇ ਤਰ੍ਹਾਂ ਦੀ ਸਮੱਸਿਆ ਇਸ ਨੂੰ ਮਿਟਾਉਣ ਲਈ ਆਉਂਦੀ ਹੈ। ਜੇਕਰ ਤੁਸੀਂ ਮਿਟਾਉਣ ਵਾਲਾ ਬਟਨ ਤੇਜ਼ ਗਤੀ ਨਾਲ ਦੱਬਦੇ ਹੋ ਅਤੇ ਦੱਬਣਾ ਹਟ ਜਾਂਦੇ ਹੋ, ਪਰ ਇਹ ਬਾਅਦ ਵਿੱਚ ਵੀ ਜਿੰਨੀ ਵਾਰੀ ਤੁਸੀਂ ਦੱਬਿਆ ਹੈ ਉਸੇ ਤਰ੍ਹਾਂ ਮਿਟਦਾ ਰਹਿੰਦਾ ਹੈ। ਇਸੇ ਤਰ੍ਹਾਂ ਦੀ ਤੀਜੀ ਸਮੱਸਿਆ ਹੈ ਖਾਲੀ ਥਾਂ ਬਟਨ ਸੰਬੰਧੀ। ਇਹ ਸਮੱਸਿਆ ਸਿਰਫ ਪ੍ਰੋ ਐਪ ਵਿੱਚ ਹੈ। ਸੋ ਅਸੀਂ ਦੱਬਣਾ ਹਟ ਚੁੱਕੇ ਹਾਂ, ਪਰ ਕਿਉਂਕਿ ਤੁਸੀਂ ਜਿੰਨੀ ਵਾਰੀ ਦੱਬਿਆ ਹੈ ਉਸ 19 ਵਾਰੀ ਦੱਬਿਆ ਜਾਵੇਗਾ। ਹੁਣ ਇਹਨਾਂ ਸਮੱਸਿਆਵਾਂ ਦੀ ਤੁਲਨਾ ਆਈਫੋਨ 5 ਨਾਲ ਕਰਦੇ ਹਾਂ ਕਿ ਉੱਥੇ ਵੀ ਇਹ ਸਮੱਸਿਆਵਾਂ ਆਉਂਦੀਆਂ ਹਨ। ਸਭ ਤੋਂ ਪਹਿਲਾਂ ਐਪ ਖੁੱਲ੍ਹਣ ਸੰਬੰਧੀ ਦੇਖਦੇ ਹਾਂ ਕਿ ਐਪ ਕਿੰਨੀ ਛੇਤੀ ਖੁੱਲ੍ਹਦਾ ਹੈ। ਅਸੀਂ ਜਾਣਬੁੱਝ ਕੇ ਪਹਿਲਾਂ ਆਈਫੋਨ 4 ਵਿੱਚ ਮੁਫਤ ਐਪ ਖੋਲ੍ਹ ਲੈਂਦੇ ਹਾਂ ਅਤੇ ਬਾਅਦ ਵਿੱਚ ਅਸੀਂ ਆਈਫੋਨ 5 ਵਿੱਚ ਖੋਲਾਂਗੇ। ਤੁਸੀਂ ਦੇਖੋਗੇ ਕਿ ਆਈਫੋਨ 5 ਵਿੱਚ ਪਹਿਲਾਂ ਐਪ ਖੁੱਲ੍ਹ ਜਾਵੇਗਾ। ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਕੀਬੋਰਡ ਆਈਫੋਨ 5 ਵਿੱਚ ਪਹਿਲਾਂ ਦਿਖਾਈ ਦਿੱਤਾ ਜਦ ਕਿ ਅਸੀਂ ਬਾਅਦ ਵਿੱਚ ਖੋਲ੍ਹਿਆ ਸੀ। ਸੋ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਆਈਫੋਨ 5 ਵਿੱਚ ਕੀਬੋਰਡ ਵੱਡਾ ਦਿਸਦਾ ਹੈ, ਕਿਉਂਕਿ ਇਸ ਦੀ ਸਕਰੀਨ ਵੱਡੀ ਹੈ ਤੇ ਇਸ ਕੀਬੋਰਡ ਅਸੀਂ ਪਰਸੈਂਟਾਂ ਦੇ ਹਿਸਾਬ ਨਾਲ ਸੈਟਿੰਗ ਕੀਤੀ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਥੱਲਿਓਂ ਇੱਥੇ ਬਰਾਬਰ ਹੈ ਅਤੇ ਫਿਰ ਵੀ ਇਹ ਇੱਥੇ ਤੱਕ ਜਾਂਦਾ ਹੈ, ਜਦ ਕਿ ਇਹ ਆਈਫੋਨ 4 ਵਿੱਚ ਇੱਥੇ ਹੀ ਖਤਮ ਹੋ ਜਾਂਦਾ ਹੈ। ਇਸ ਦਾ ਫਾਇਦਾ ਇਹ ਹੈ ਕਿ ਇੱਥੇ ਬਟਨਾਂ ਦਾ ਫਰਕ ਹੋਰ ਜ਼ਿਆਦਾ ਦਿਖਾਈ ਦਿੰਦਾ ਹੈ, ਮਤਲਬ ਆਈਫੋਨ 5 ਵਿੱਚ, ਅਤੇ ਤੁਸੀਂ ਆਸਾਨੀ ਨਾਲ ਮਨ ਚਾਹਿਆ ਬਟਨ ਦੱਬ ਸਕਦੇ ਹੋ। ਮਤਲਬ ਜੇਕਰ ਤੁਸੀਂ ਥੱਥਾ ਦੱਬਣਾ ਚਾਹੋਗੇ ਤਾਂ ਥੱਥੇ ਤੇ ਹੀ ਦੱਬ ਹੋਵੇਗਾ, ਨਾ ਕਿ ਰਾਰੇ ਜਾਂ ਚੱਚੇ ਤੇ, ਜਦ ਕਿ ਇੱਥੇ ਬਟਨਾਂ ਦੇ ਵਿੱਚ ਫਰਕ ਘੱਟ ਹੈ। ਸੋ ਇਹ ਵੀ ਇੱਕ ਆਈਫੋਨ 5 ਵਿੱਚ ਫਾਇਦਾ ਹੈ। ਹੁਣ ਆਈਫੋਨ 6 ਹੋਰ ਵੱਡਾ ਹੋ ਗਿਆ ਹੈ ਜਾਂ 6 ਪਲੱਸ ਹੋਰ ਵੱਡਾ ਹੋਵੇਗਾ ਅਤੇ ਉਹਨਾਂ ਵਿੱਚ ਬਟਨਾਂ ਦਾ ਫਰਕ ਹੋਰ ਜ਼ਿਆਦਾ ਹੋ ਜਾਵੇਗਾ। ਸੋ ਹੁਣ ਇੱਥੇ ਅਸੀਂ ਬਟਨ ਝਲਕ ਸੰਬੰਧੀ ਟੈਸਟ ਕਰਾਂਗੇ। ਪਹਿਲਾਂ ਤਾਂ ਆਈਫੋਨ 4 ਵਿੱਚ ਟੈਸਟ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਬਟਨ ਝਲਕ ਰੁਕਦੀ ਹੈ, ਮਤਲਬ ਆਈਫੋਨ 4 ਵਿੱਚ ਬਟਨ ਝਲਕ ਰੁਕਦੀ ਹੈ, ਭਾਵੇਂ ਕਿ ਜਿੰਨੀ ਵਾਰੀ ਤੁਸੀਂ ਦੱਬਦੇ ਹੋ ਉਨੀ ਵਾਰੀ ਅੱਖਰ ਪੈ ਜਾਂਦਾ ਹੈ। ਹੁਣ ਅਸੀਂ ਆਈਫੋਨ 5 ਵਿੱਚ ਟੈਸਟ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਈਫੋਨ 5 ਵਿੱਚ ਬਟਨ ਝਲਕ ਜਿੰਨੀ ਵਾਰੀ ਤੁਸੀਂ ਦੱਬਦੇ ਹੋ ਉਨੀ ਵਾਰੀ ਆਉਂਦੀ ਹੈ ਅਤੇ ਬਿਲਕੁਲ ਨਹੀਂ ਰੁਕਦੀ। ਅਸੀਂ ਲਾਗੇ ਕਰਕੇ ਵੀ ਟੈਸਟ ਕਰ ਲੈਂਦੇ ਹਾਂ। ਅਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਅੱਖਰ ਵੀ ਨਾਲ ਉਨੀ ਵਾਰੀ ਪੈਂਦਾ ਹੈ। ਅਤੇ ਆਈਫੋਨ 4 ਵਿੱਚ
ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਈਫੋਨ 4 ਵਿੱਚ ਬਟਨ ਝਲਕ ਰੁਕਦੀ ਹੈ ਭਾਵੇਂ ਕਿ ਅੱਖਰ ਜਿੰਨੀ ਵਾਰੀ ਤੁਸੀਂ ਦੱਸਦੇ ਹੋ ਪੈਂਦਾ ਹੈ। ਸੋ ਇਸ ਤੋਂ ਸਿੱਧ ਹੁੰਦਾ ਹੈ ਕਿ ਐਪ ਵਿੱਚ ਕੋਈ ਨੁਕਸ ਨਹੀਂ ਹੈ। ਐਪ ਜਿੰਨੀ ਤੇਜ਼ ਗਤੀ ਵਾਲਾ ਫੋਨ ਜਾਂ ਆਈਪੈਡ ਹੋਵੇਗਾ ਉਸ ਹਿਸਾਬ ਨਾਲ ਕੰਮ ਕਰਦਾ ਹੈ। ਸੋ ਹੁਣ ਬਟਨ ਗਰੁੱਪ ਵੀ ਬਦਲ ਕੇ ਦੇਖ ਲੈਂਦੇ ਹਾਂ। ਦੋਵੇਂ ਇਕੱਠੇ ਦੱਬਦੇ ਹਾਂ, ਬਟਨ ਗਰੁੱਪ ਬਦਲਦੇ ਹਾਂ। ਜਿਵੇਂ ਕਿ ਤੁਸੀਂ ਦੇਖਿਆ ਕਿ ਆਈਫੋਨ 4 ਵਿੱਚ ਕੁਝ ਸਕਿੰਟ ਲੈਂਦਾ ਹੈ। ਸੋ ਆਈਫੋਨ 5 ਵਿੱਚ ਝਟਪਟ ਬਟਨ ਗਰੁੱਪ ਬਦਲ ਦਿੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਅਸੀਂ ਦੱਸ ਦਈਏ ਕਿ ਅਸੀਂ ਹੋਰ ਕੋਈ ਐਪ ਨਹੀਂ ਖੋਲ੍ਹਿਆ ਗਿਆ ਦੋਵੇਂ ਫੋਨਾਂ ਵਿੱਚ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਿਰਫ ਇਹ ਮੁਫਤ ਐਪ ਹੀ ਖੁੱਲਿਆ ਹੈ ਆਈਫੋਨ 4 ਵਿੱਚ, ਅਤੇ ਇੱਥੇ ਵੀ ਕੋਈ ਹੋਰ ਐਪ ਨਹੀਂ ਖੁੱਲਿਆ। ਸਿਰਫ ਫੋਨ ਨੂੰ ਇਸ ਐਪ ਤੇ ਕੰਮ ਕਰਨਾ ਪੈ ਰਿਹਾ। ਹੁਣ ਅਸੀਂ ਪ੍ਰੋ ਐਪ ਟੈਸਟ ਕਰਦੇ ਹਾਂ ਦੋਵਾਂ ਫੋਨਾਂ ਵਿੱਚ, ਅਤੇ ਤੁਸੀਂ ਦੇਖੋਗੇ ਕਿ ਪ੍ਰੋ ਐਪ ਆਈਫੋਨ 5 ਵਿੱਚ ਝਟਪਟ ਖੁੱਲੇਗਾ, ਮਤਲਬ ਆਈਫੋਨ 4 ਨਾਲੋਂ ਪਹਿਲਾਂ ਖੁੱਲੇਗਾ, ਅਤੇ ਸ਼ਬਦਕੋਸ਼ ਵੀ ਝਟਪਟ ਦਿਖਾਈ ਦੇਵੇਗਾ। ਜਦ ਕਿ ਆਈਫੋਨ 4 ਵਿੱਚ 20 ਸਕਿੰਟ ਦੇ ਲਾਗੇ ਛਾਗੇ ਇਹ ਸਮਾਂ ਲੈਂਦਾ ਹੈ ਕਿ ਸ਼ਬਦਕੋਸ਼ ਦਿਖਾਉਣ ਸੰਬੰਧੀ। ਅਸੀਂ ਪਹਿਲਾਂ ਆਈਫੋਨ 4 ਵਿੱਚ ਪ੍ਰੋ ਐਪ ਖੋਲ੍ਹਦੇ ਹਾਂ ਅਤੇ ਬਾਅਦ ਵਿੱਚ ਆਈਫੋਨ 5 ਵਿੱਚ, ਪਰ ਤੁਸੀਂ ਦੇਖੋਗੇ ਕਿ ਆਈਫੋਨ 5 ਵਿੱਚ ਪਹਿਲਾਂ ਖੁੱਲ ਜਾਂਦਾ ਹੈ। ਇਸ ਦੇ ਨਾਲ ਹੀ ਤੁਸੀਂ ਦੇਖੋਗੇ ਕਿ ਆਈਫੋਨ 5 ਵਿੱਚ ਪ੍ਰੋ ਐਪ ਵੀ ਵੱਡਾ ਦਿਖਾਉਂਦਾ ਹੈ, ਜਿਸ ਸੰਬੰਧੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। ਹੁਣ ਅਸੀਂ ਦੁਬਾਰਾ ਇਸ ਨੂੰ ਖੋਲ੍ਹ ਕੇ ਸ਼ਬਦ ਭੰਨ ਸੰਬੰਧੀ ਟੈਸਟ ਕਰਦੇ ਹਾਂ। ਜਿਵੇਂ ਕਿ ਤੁਸੀਂ ਪ੍ਰੋ ਐਪ ਖੋਲ੍ਹਿਆ ਅਤੇ ਹੁਣ ਜਦੋਂ ਤੁਸੀਂ ਅੱਖਰ ਦੱਬਦੇ ਹੋ ਪਰ ਸ਼ਬਦਕੋਸ਼ ਨਹੀਂ ਆਉਂਦਾ। ਜਿਵੇਂ ਕਿ ਤੁਸੀਂ ਦੇਖਿਆ ਹਾਲੇ ਵੀ ਨਹੀਂ ਆਇਆ, ਹੁਣ ਆਇਆ। ਸੋ ਇਹ ਲਗਭਗ 20 ਸਕਿੰਟ ਦੇ ਲਾਗੇ ਛਾਗੇ ਜਾਂ 10 ਸਕਿੰਟ ਦੇ ਲਾਗੇ ਛਾਗੇ ਫਿਰ ਸ਼ਬਦ ਦਿਖਾਉਂਦਾ ਹੈ। ਹੁਣ ਅਸੀਂ ਆਈਫੋਨ 5 ਦੇ ਪ੍ਰੋ ਐਪ ਵਿੱਚ ਸ਼ਬਦਕੋਸ਼ ਭਰਨ ਸੰਬੰਧੀ ਟੈਸਟ ਕਰਾਂਗੇ। ਜਿਵੇਂ ਹੀ ਤੁਸੀਂ ਐਪ ਖੋਲ੍ਹਦੇ ਹੋ ਅਤੇ ਅੱਖਰ ਦੱਬਦੇ ਹੋ ਤਾਂ ਸ਼ਬਦਕੋਸ਼ ਦਿਖਾਈ ਦਿੰਦਾ ਹੈ, ਮਤਲਬ ਇੱਥੇ ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ। ਦੁਬਾਰਾ ਟੈਸਟ ਕਰਦੇ ਹਾਂ। ਜਿਵੇਂ ਤੁਸੀਂ ਦੱਬੋਗੇ ਸ਼ਬਦਕੋਸ਼ ਆ ਜਾਂਦਾ, ਜਦ ਕਿ ਆਈਫੋਨ 4 ਵਿੱਚ ਕੁਝ ਸਕਿੰਟ ਇੰਤਜ਼ਾਰ ਕਰਨਾ ਪੈਂਦਾ ਹੈ। ਸੋ ਇਹ ਵੀ ਇੱਕ ਫਰਕ ਹੈ। ਇਸ ਤੋਂ ਇਲਾਵਾ ਇਸ ਵੱਡੇ ਕੀਬੋਰਡ ਮਤਲਬ ਇੱਥੇ ਤੱਕ ਆਈਫੋਨ 4 ਵਿੱਚ ਇੱਥੇ ਤੱਕ ਟੈਸਟ ਹੈ। ਫਾਇਦਾ ਇਹ ਹੈ ਕਿ ਇਸ ਵਿੱਚ ਸ਼ਬਦ ਜ਼ਿਆਦਾ ਦਿਖਾਈ ਦੇਣਗੇ। ਜੇਕਰ ਤੁਸੀਂ ਇੱਥੇ ਦੱਬੋਗੇ ਤਾਂ ਇੰਨੇ ਸ਼ਬਦ ਦਿਖਾਈ ਦਿੰਦੇ ਹਨ, ਜਦ ਕਿ ਆਈਫੋਨ 4 ਵਿੱਚ ਇੱਥੇ ਤੱਕ ਮਤਲਬ ਇੱਥੇ ਤੱਕ। ਸੋ 2 ਲਾਈਨਾਂ ਜ਼ਿਆਦਾ ਦਿਖਾਈ ਦਿੰਦੀਆਂ ਹਨ। ਜੇਕਰ ਤੁਸੀਂ ਇਸ ਨੂੰ ਉੱਪਰ ਕਰੋਗੇ ਤਾਂ ਫਿਰ ਹੋਰ ਸ਼ਬਦ ਦਿਖਾਈ ਦੇਣਗੇ। ਇਹ ਵੀ ਇੱਕ ਫਾਇਦਾ ਹੈ ਵੱਡੇ ਫੋਨ ਦਾ, ਮਤਲਬ ਜ਼ਿਆਦਾ ਸ਼ਬਦ ਦਿਖਾਈ ਦੇਣਗੇ ਅਤੇ ਤੇਜ਼ ਗਤੀ ਨਾਲ ਚੱਲਦਾ ਹੈ। ਹੁਣ ਮਦਦ ਪੰਨਾ ਖੋਲ੍ਹਣ ਸੰਬੰਧੀ ਟੈਸਟ ਕਰਦੇ ਹਾਂ। ਮਦਦ ਪੰਨਾ ਯੂਨੀਕੋਡ ਪੰਜਾਬੀ ਵਿੱਚ ਲਿਖਿਆ ਹੋਇਆ ਹੈ। ਸੋ ਯੂਨੀਕੋਡ ਕਾਫੀ ਭਾਰੀ ਹੁੰਦੀ ਹੈ ਅਤੇ ਆਈਫੋਨ 4 ਵਿੱਚ ਖੁੱਲ੍ਹਣ ਸੰਬੰਧੀ ਕੁਝ ਸਮਾਂ ਲੈਂਦਾ ਹੈ। ਸੋ ਅਸੀਂ ਪਹਿਲਾਂ ਆਈਫੋਨ 4 ਵਿੱਚ ਦੱਬਦੇ ਹਨ ਅਤੇ ਬਾਅਦ ਵਿੱਚ ਆਈਫੋਨ 5 ਵਿੱਚ ਦੱਬਾਂਗੇ ਅਤੇ ਤੁਸੀਂ ਦੇਖੋਗੇ ਕਿ ਆਈਫੋਨ 5 ਵਿੱਚ ਪਹਿਲਾਂ ਖੁੱਲ੍ਹ ਜਾਵੇਗਾ। ਸੋ ਅਸੀਂ ਇੱਥੇ ਦੱਬਦੇ ਹਾਂ, ਹੁਣ ਲੋਡ ਹੋ ਰਿਹਾ ਅਤੇ ਫਿਰ ਇੱਥੇ ਦੱਬਦੇ ਹਾਂ। ਜਿਵੇਂ ਕਿ ਤੁਸੀਂ ਦੇਖਿਆ ਕਿ ਆਈਫੋਨ 5 ਵਿੱਚ ਪਹਿਲਾਂ ਖੁੱਲ੍ਹਦਾ ਹੈ। ਸੋ ਇਹਨਾਂ ਕਾਰਨਾਂ ਕਰਕੇ ਸਿੱਧ ਹੁੰਦਾ ਹੈ ਕਿ ਐਪ ਵਿੱਚ ਕੋਈ ਨੁਕਸ ਨਹੀਂ ਹੈ। ਇਹ ਨਿਰਭਰ ਕਰਦਾ ਹੈ ਤੁਹਾਡੇ ਆਈਫੋਨ 'ਤੇ ਜਾਂ ਐਪਲ ਯੰਤਰ 'ਤੇ, ਮਤਲਬ ਜੇਕਰ ਤੁਹਾਡੇ ਕੋਲ ਆਈਪੈਡ ਹੈ ਤਦ ਵੀ ਇਹ ਆਈਫੋਨ 5 ਦੀ ਤਰ੍ਹਾਂ ਕੰਮ ਕਰੇਗਾ, ਮਤਲਬ ਤੇਜ਼ ਕੰਮ ਕਰੇਗਾ। ਸੋ ਐਪ ਤੇਜ਼ ਗਤੀ ਵਾਲਾ ਹੈ, ਕੋਈ ਨੁਕਸ ਨਹੀਂ ਹੈ। ਇਹ ਤੁਹਾਡੇ ਆਈਫੋਨ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਕੋਲ ਆਈਫੋਨ ਤੇਜ਼ ਹੈ ਜਾਂ ਹੌਲੀ ਹੈ।